ਪੰਚਾਇਤੀ ਜ਼ਮੀਨ ਦੇ ਵਿੱਚੋਂ ਜਿਹੜਾ ਤੀਜਾ ਹਿੱਸਾ ਐਸਸੀ ਕੋਟੇ ਦਾ ਰਾਖਵਾਂ ਡੀਡੀਪੀਓ ਪਟਿਆਲਾ ਵੱਲੋਂ ਉਹਦੀ ਡੰਮੀ ਬੋਲੀ ਕਰਵਾਈ ਜਾਂਦੀ ਆ। ਇਹ ਪੰਚਾਇਤੀ ਰਾਜ ਐਕਟ ਦਾ ਕਾਨੂੰਨ ਆ ਕਿ ਇੱਕ ਵਿਅਕਤੀ 10 ਏਕੜ ਤੋਂ ਵੱਧ ਜ਼ਮੀਨ ਨਹੀਂ ਲੈ ਸਕਦਾ। ਦਲਿਤ ਮਜ਼ਦੂਰ ਜਿਹੜੇ ਕਿ ਆਪਣੀ ਪੰਚਾਇਤੀ ਜ਼ਮੀਨ ਦੀ ਮੰਗ ਨੂੰ ਲੈ ਕੇ ਲਗਾਤਾਰ ਡਟੇ ਹੋਏ ਸਨ, ਪੰਚਾਇਤੀ ਜ਼ਮੀਨ ਦੇ ਵਿੱਚ ਹੀ ਕਬਜ਼ਾ ਕਰਕੇ ਬੈਠੇ ਸਨ। ਉੱਥੇ ਪੁਲਿਸ ਉਹਨਾਂ ਉੱਪਰ ਚੜ੍ਹ ਕੇ ਆਉਂਦੀ ਆ, ਉਹਨਾਂ ਉੱਪਰ ਲਾਠੀਚਾਰਜ ਕਰਦੀ ਆ। ਵੱਡੀ ਗਿਣਤੀ ਵਿੱਚ ਮਜ਼ਦੂਰ ਔਰਤਾਂ, ਬਜ਼ੁਰਗ ਉਹ ਕੁੱਟੇ ਜਾਂਦੇ ਹਨ, ਜ਼ਖਮੀ ਹੁੰਦੇ ਹਨ। तड़के असीं तां जी सुत्ते पए दब लए जी। उत्थे साडे नाल बहुत बुरा हाल होया, बीबियां ते भी, भाइयां ते भी, बच्चों ते भी, मुंडियां ते भी, बजुर्गां ते भी। ਸਾਡੇ ਹੀ ਮੰਤਰੀ ਨੇ, ਸਿਹਤ ਮੰਤਰੀ ਨੇ, ਉਹ ਦਲਿਤਾਂ ਦੀ ਸਿਹਤ ਵਿਗਾੜੀ ਆ। सानू चमारा तो गिट्टड़ा तो बगैर जी बोलते नहीं हैगे। कोई गिट्टड़ चमार कहना, कोई कुछ कहना, सीधियां सानू गालां कढ़दे ने, छपरेहां करदे ने पईयां। जे सानू ऐ भी जे सानू आपदा हक मिल जे, तीजा हिस्सा मिल जे, असीं आपदे पट्ठे बीजीए, ਅਸੀਂ ਆਪਦੇ ਜ਼ਮੀਨ 'ਚ ਹੱਕਦਾਰ ਹੋਈਏ। ਅਸੀਂ ਚਾਹੁੰਦੇ ਹਾਂ ਕਿ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ ਵੀ ਉਹ ਸਾਡੇ ਐਸਸੀ ਭਾਈਚਾਰੇ ਦੇ ਵਿੱਚ ਹੀ ਸਾਨੂੰ ਘੱਟ ਰੇਟਾਂ ਤੇ ਦਿੱਤੀ ਜਾਵੇ, ਪਰ ਪ੍ਰਸ਼ਾਸਨ ਵੀ ਪੱਬਾਂ ਭਾਰ ਹੋਇਆ ਪਿਆ ਵੀ ਇਹ ਜ਼ਮੀਨ ਐਸਸੀ ਭਾਈਚਾਰੇ ਨੂੰ ਨਹੀਂ ਦੇਣੀ। ਇਹਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਲਈ ਪਟਿਆਲਾ 'ਚ ਪ੍ਰਦਰਸ਼ਨ ਹੁੰਦਾ ਤਾਂ ਡੰਡੇ ਦੇ ਜ਼ੋਰ ਨਾਲ ਹੁਣ ਫੇਰ ਜਿਹੜੇ ਬਾਕੀ ਵੱਜਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ। ਸਾਡੀ ਮੰਗ ਸੀ ਕਿ ਪੰਚਾਇਤੀ ਜ਼ਮੀਨ 'ਚੋਂ ਤੀਜਾ ਹਿੱਸਾ ਸਾਡੇ ਲੋਕਾਂ ਨੂੰ ਘੱਟ ਰੇਟ ਤੇ ਮਿਲੇ ਤੇ ਬੋਲੀ ਸਾਡੀ ਧਰਮਸ਼ਾਲਾ 'ਚ ਕੀਤੀ ਜਾਵੇ, ਪਰ ਡੀਡੀਪੀਓ ਅਮਨਦੀਪ ਕੌਰ, ਡਾਕਟਰ ਬਲਵੀਰ ਦੀ ਸ਼ਹਿ ਤੇ ਇੱਥੇ ਦੇ ਪਟਿਆਲਾ ਪ੍ਰਸ਼ਾਸਨ ਨਾਲ ਮਿਲ ਕੇ ਉਹ ਜ਼ਮੀਨ ਦੇ ਵਿੱਚੋਂ ਸਾਡੇ ਲੋਕਾਂ ਨੂੰ ਕੱਢਣਾ ਚਾਹੁੰਦੇ ਸੀ। ਇਸ ਬੋਲੀ ਤੋਂ ਪਹਿਲਾਂ ਸਿਹਤ ਮੰਤਰੀ ਪਿੰਡ ਦੇ ਵਿੱਚ ਮੀਟਿੰਗ ਕਰਨ ਜਾਂਦੇ ਨੇ, ਉੱਥੇ ਇਕੱਠ ਕਰਕੇ ਉਹ ਕਹਿੰਦੇ ਨੇ ਵੀ ਬੋਲੀ ਐਸੀ ਧਰਮਸ਼ਾਲਾ 'ਚ ਕਰਾਓ ਭਾਵੇਂ, ਪਰ ਕਰਾਓ ਆਪਣੀ ਮਰਜ਼ੀ ਨਾਲ, ਜਿੰਨੀ ਮਰਜ਼ੀ ਧੱਕੇ ਨਾਲ। ਤੇ ਇਹ ਬੋਲੀ ਦੀ ਅਨਾਉਂਸਮੈਂਟ ਡਾਕਟਰ ਬਲਵੀਰ ਵੱਲੋਂ ਅਨਾਉਂਸ ਹੁੰਦੀ ਆ। ਉਹ ਹਸਪਤਾਲਾਂ ਦਾ ਲੋਕ ਬਿਮਾਰੀਆਂ ਨਾਲ ਮਰ ਰਹੇ ਨੇ ਉਹਦਾ ਧਿਆਨ ਰੱਖਣ, ਪਰ ਉਹ ਪੰਚਾਇਤੀ ਬੋਲੀ ਦੀ ਅਨਾਉਂਸਮੈਂਟ ਕਰ ਰਹੇ ਨੇ। ਇਹ ਤੋਂ ਸਪਸ਼ਟ ਹੁੰਦਾ ਵੀ ਉਹਨਾਂ ਦਾ ਪਿੰਡ ਦੇ ਵਿੱਚ ਇੰਟਰਸਟ ਸੀ। ਸਾਨੂੰ ਡਾਕਟਰ ਬਲਬੀਰ ਵਾਲਾ ਜਿਹੜਾ ਉਹ ਭਰੋਸਾ ਦਿਵਾ ਕੇ ਗਿਆ ਸੀ ਵੀ ਮੈਂ ਤੁਹਾਡੇ ਹੱਕ ਦੇ ਜਿਹੜੀ ਜ਼ਮੀਨ ਆ ਸੋਨੂੰ ਦਿਵਾਉਂਗਾ। ਇੱਕ ਜੀਡੀਸੀ ਕੋਲੇ ਇਹਦੀ ਇਨਕੁਆਇਰੀ ਚੱਲ ਰਹੀ ਆ ਤਾਂ ਇੱਕ ਡੀਡੀਪੀਓ ਕੋਲੇ, ਡੀਸੀ ਕੋਲੇ ਇਹ ਰਾਈਟ ਕਿੱਥੋਂ ਆ ਗਿਆ ਵੀ ਇੰਨੀ ਪੁਲਿਸ ਦੀ ਨਫਰੀ ਲੈ ਕੇ ਉਹ ਦਲਿਤਾਂ ਦੇ ਉੱਤੇ ਇਸ ਤਰ੍ਹਾਂ ਅਟੈਕ ਕਰਨ। ਜਿਹੜੀ ਇਨਕੁਆਇਰੀ ਆ ਉਹਦਾ ਫੈਸਲਾ ਵੀ ਇਹਨਾਂ ਦੇ ਹੱਥ 'ਚ ਆ, ਇਹ ਉਲਟ ਕਰਕੇ ਫੇਰ ਕਰ ਲੈਂਦੇ, ਪਰ ਇਹਨਾਂ ਨੇ ਆਪਦੇ ਤਾਕਤ ਦੇ, ਸੱਤਾ ਦੇ ਤਾਕਤ ਦੇ ਨਸ਼ੇ ਦੇ ਵਿੱਚ ਉਸ ਫੈਸਲੇ ਦੀ ਵੀ ਉਡੀਕ ਨਹੀਂ ਕੀਤੀ, ਆਪਦੇ ਹੀ ਕਾਨੂੰਨ ਦੀਆਂ ਆਪ ਧੱਜੀਆਂ ਅੜਾਈਆਂ ਨੇ ਵੀ ਇਸ ਭੁਲੇਖੇ ਦੇ ਵਿੱਚ ਨਾ ਰਹਿਣ ਵੀ ਉਸ ਜ਼ਮੀਨ 'ਚ ਫਸਲ ਲਗਾ ਕੇ ਉਹ ਉਹਨਾਂ ਚੌਧਰੀਆਂ ਦੀ ਕੋਠੀ ਭੇਜ ਦੇਣਗੇ। ਇਹ ਕਿਸੇ ਵੀ ਹਾਲ ਨਹੀਂ ਹੋਣ ਦੇਵਾਂਗੇ। ਸਾਡਾ ਤਾਂ ਜੀ ਹੁਣ ਐ ਹੋਇਆ ਪਿਆ ਵੀ ਜਾਂ ਮਰ ਜਾਾਂਗੇ ਜਾਂ ਮਾਰ ਜਾਾਂਗੇ, ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ। ਸਾਡੇ ਬੱਚੇ ਤਾਂ ਮੌਜਾਂ ਕਰਨਗੇ, ਸਾਡੇ ਨਾਲ ਤਾਂ ਜਿਹੜਾ ਕੁਝ ਹੋਊ। ਇਹਨਾਂ ਨੂੰ ਲੱਗਦਾ ਵੀ ਜੇ ਦਲਿਤਾਂ ਕੋਲੇ ਜ਼ਮੀਨ ਆਊ ਤਾਂ ਜਿਹੜੇ ਚੌਧਰੀ ਹੁਣ ਤੱਕ ਉਹਨਾਂ ਦੀਆਂ ਹੱਥ ਫੜ ਕੇ ਵੋਟਾਂ ਪਵਾਉਂਦੇ ਰਹੇ ਨੇ ਵੀ ਫਿਰ ਇਹ ਸੋਚਣ ਲੱਗਣਗੇ, ਆਪਦੀ ਮਰਜ਼ੀ ਨਾਲ ਕਿਸੇ ਨੂੰ ਵੋਟ ਪਾਉਣਗੇ। ਨਿਊਜ਼ ਇਹ ਵੀ ਸਾਹਮਣੇ ਆਈਆਂ ਨੇ ਕਿ ਦਲਿਤਾਂ ਵੱਲੋਂ ਵੀ ਪੁਲਿਸ ਤੇ ਪਥਰਾ ਕੀਤਾ ਗਿਆ। ਅੱਜ ਪੰਜਾਬ ਸਰਕਾਰ ਵੱਲੋਂ ਦਲਿਤ ਮਜ਼ਦੂਰਾਂ ਉੱਪਰ ਕਹਿਰ ਢਾਇਆ ਗਿਆ। ਜ਼ਿਲ੍ਹਾ ਪਟਿਆਲਾ ਦੇ ਪਿੰਡ ਮੰਡੌਰ ਵਿੱਚ ਦਲਿਤ ਮਜ਼ਦੂਰ ਜਿਹੜੇ ਕਿ ਆਪਣੀ ਪੰਚਾਇਤੀ ਜ਼ਮੀਨ ਦੀ ਮੰਗ ਨੂੰ ਲੈ ਕੇ ਲਗਾਤਾਰ ਡਟੇ ਹੋਏ ਸਨ, ਪੰਚਾਇਤੀ ਜ਼ਮੀਨ ਦੇ ਵਿੱਚ ਹੀ ਕਬਜ਼ਾ ਕਰਕੇ ਬੈਠੇ ਸਨ। ਉੱਥੇ ਪੁਲਿਸ ਉਹਨਾਂ ਉੱਪਰ ਚੜ੍ਹ ਕੇ ਆਉਂਦੀ ਆ, ਉਹਨਾਂ ਉੱਪਰ ਲਾਠੀਚਾਰਜ ਕਰਦੀ ਆ। ਵੱਡੀ ਗਿਣਤੀ ਵਿੱਚ ਮਜ਼ਦੂਰ ਔਰਤਾਂ, ਬਜ਼ੁਰਗ ਉਹ ਕੁੱਟੇ ਜਾਂਦੇ ਹਨ, ਜ਼ਖਮੀ ਹੁੰਦੇ ਹਨ। ਇਸ ਤੋਂ ਬਾਅਦ ਜਦੋਂ ਉਹੀ ਮਜ਼ਦੂਰ ਧਰਨਾ ਲਾਉਂਦੇ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਂ ਉਹਨਾਂ ਮਜ਼ਦੂਰਾਂ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਰਾ ਮਾਮਲਾ ਕੀ ਆ, ਉਹ ਕਿੰਨੇ ਚਿਰ ਤੋਂ ਜਿਹੜਾ ਉਸ ਪੰਚਾਇਤੀ ਜ਼ਮੀਨ ਦੀ ਮੰਗ ਕਰ ਰਹੇ ਨੇ, ਇਹਦੇ ਵਿੱਚ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਦਾ ਕੀ ਰੋਲ ਹੈ, ਸਾਰੇ ਕਾਸੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਉਹਨਾਂ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਮੁਕੇਸ਼ ਮਲੌਦ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੋਂ। ਬਾਈ ਜੀ, ਅੱਜ ਮੰਡੌਰ ਦੇ ਵਿੱਚ ਜਿਹੜਾ ਇਹ ਮਾਮਲਾ ਹੋਇਆ ਕਿ ਸਵੇਰੇ ਪੁਲਿਸ ਜਾਂਦੀ ਆ, ਮਜ਼ਦੂਰਾਂ ਤੇ ਲਾਠੀਚਾਰਜ ਹੁੰਦਾ, ਇਹਦਾ ਕਾਰਨ ਕੀ ਬਣਿਆ? ਦੇਖੋ, ਇੱਕ ਪੰਚਾਇਤੀ ਜ਼ਮੀਨ ਦੇ ਵਿੱਚੋਂ ਜਿਹੜਾ ਤੀਜਾ ਹਿੱਸਾ ਐਸਸੀ ਕੋਟੇ ਦਾ ਰਾਖਵਾਂ ਡੀਡੀਪੀਓ ਪਟਿਆਲਾ ਵੱਲੋਂ ਉਹਦੀ ਡੰਮੀ ਬੋਲੀ ਕਰਵਾਈ ਜਾਂਦੀ ਆ। ਇਹ ਪੰਚਾਇਤੀ ਰਾਜ ਐਕਟ ਦਾ ਕਾਨੂੰਨ ਆ ਕਿ ਇੱਕ ਵਿਅਕਤੀ 10 ਏਕੜ ਤੋਂ ਵੱਧ ਜ਼ਮੀਨ ਨਹੀਂ ਲੈ ਸਕਦਾ। ਇਹ ਕਾਨੂੰਨ ਹੋਣ ਦੇ ਬਾਵਜੂਦ ਜਿਹੜਾ ਡੀਡੀਪੀਓ ਇੱਕੋ ਹੀ ਪਰਿਵਾਰ ਦੇ 2 ਮੈਂਬਰਾਂ ਨੂੰ, ਇੱਕ ਦੇ ਨਾਮ ਤੇ 14 ਕਿੱਲੇ, ਇੱਕ ਦੇ ਨਾਮ ਤੇ 19 ਕਿੱਲੇ ਜ਼ਮੀਨ ਆ ਜਿਹੜੀ ਉਹ ਗੈਰ ਕਾਨੂੰਨੀ ਢੰਗ ਨਾਲ ਦੇ ਦਿੰਦੀ ਆ, ਔਰ ਜਿਹਦੀ ਇਨਕੁਆਇਰੀ ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਜੀਡੀਸੀ ਮੋਹਾਲੀ ਅਮਿਤ ਕੁਮਾਰ ਕਰ ਰਹੇ ਨੇ, ਜਿਹਦੇ 'ਚ ਡੀਡੀਪੀਓ ਨੂੰ ਜਦੋਂ ਇਸ ਸਾਰੀ ਇਨਕੁਆਇਰੀ ਦੌਰਾਨ ਬੁਲਾਇਆ ਗਿਆ ਤੇ ਜਥੇਬੰਦੀ ਦੇ ਆਗੂਆਂ ਨੂੰ ਬੁਲਾਇਆ, ਉਹਦੇ ਵਿੱਚ ਇਨਕੁਆਇਰੀ 'ਚ ਬਿਲਕੁਲ ਸਪਸ਼ਟ ਹੋ ਗਿਆ ਵੀ ਇਹ ਕਾਨੂੰਨ ਮੁਤਾਬਕ ਬੋਲੀ ਗਲਤ ਹੋਈ ਆ, ਜਿਹਦਾ ਫੈਸਲਾ 27 ਜੁਲਾਈ ਨੂੰ ਉਹਨਾਂ ਨੇ ਟਾਈਮ ਦਿੱਤਾ ਸੀ ਉਸ ਤਰੀਕ ਨੂੰ ਕਰਨਾ, ਪਰ
ਉਸ ਫੈਸਲੇ ਦੀ ਉਡੀਕ ਕੀਤੇ ਬਿਨਾਂ ਇੱਥੋਂ ਦਾ ਜਿਹੜਾ ਇੱਕ ਨੈਕਸਸ ਬਣਿਆ ਹੋਇਆ, ਜਿਹਦੇ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ, ਉਹਦੇ ਨਾਲ ਡੀਸੀ ਪਟਿਆਲਾ ਸਾਕਸ਼ੀ ਸਾਨੀ, ਡੀਡੀਪੀਓ ਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਦੀ ਫੌਜ, ਜਿਹੜੀ ਦਲਿਤਾਂ ਦੇ ਉੱਤੇ ਬਿਨਾਂ ਕਿਸੇ ਇਹਦੇ ਡਿਸੀਜਨ ਦੇ ਜ਼ਬਰ ਢਾਉਣ ਦੇ ਲਈ ਪਿੰਡ ਦੇ ਵਿੱਚ ਜਾਂਦੀ ਆ। ਔਰਤਾਂ ਨੂੰ ਬਾਲਾਂ ਤੋਂ ਫੜ ਕੇ ਘੜੀਸਿਆ ਜਾਂਦਾ, ਉਹਨਾਂ ਦੇ ਉੱਤੇ ਲਾਠੀਚਾਰਜ ਕੀਤਾ ਜਾਂਦਾ। ਦਰਜਨਾਂ ਜਿਹੜੀਆਂ ਔਰਤਾਂ ਨੇ, ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਸੜਕ ਦੇ ਉੱਤੇ ਬਿਲਕਦੇ ਨੇ, ਉਹਨਾਂ ਨੂੰ ਪੁਲਿਸ ਦੇ ਬੂਟਾਂ ਦੇ ਥੱਲੇ ਰੌਂਦਿਆ ਜਾਂਦਾ, ਡੰਡੇ ਦੇ ਜ਼ੋਰ ਨਾਲ ਉਹਨਾਂ ਨੂੰ ਕੁੱਟਿਆ ਜਾਂਦਾ, ਉਹਨਾਂ ਦੇ ਸਿਰਾਂ ਦੇ ਵਿੱਚੋਂ ਲਹੂ ਚੋਂਦੇ ਉਹਨਾਂ ਨੂੰ ਹਸਪਤਾਲ 'ਚ ਭਰਤੀ ਕਰਾਉਣ ਦੀ ਬਜਾਏ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਂਦੀ ਆ। ਪਰ ਇਹਦੇ ਉੱਤੇ ਸਰਕਾਰ ਆ ਜਿਹੜੀ ਉਹ ਚੁੱਪਧਾਰੀ ਬੈਠੀ ਆ। ਇਹਦੇ ਸੰਬੰਧ 'ਚ ਜਦੋਂ ਹਰਪਾਲ ਚੀਮਾ ਜੀ ਦੇ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਨੇ ਐਵੇਂ ਧੱਕਾ ਕਿਵੇਂ ਹੋ ਜੂ, ਸ਼ਾਇਦ ਇਹ JDC ਦਾ ਫੈਸਲਾ ਆ ਗਿਆ ਹੋਣਾ। ਪਰ ਉਹਨਾਂ ਦੇ ਪਤਾ ਕਰਨ ਤੋਂ ਬਾਅਦ ਵੀ ਜਦੋਂ JDC ਇਹ ਕਹਿੰਦੇ ਨੇ ਕਿ ਸਾਡਾ ਕੋਈ ਫੈਸਲਾ ਹੀ ਨਹੀਂ ਆਇਆ, 27 ਤਰੀਕ ਨੂੰ ਇਹਦੀ ਸੁਣਵਾਈ ਹੋਣੀ ਆ, ਤਾਂ ਮੁੜ ਕੇ ਚੀਮਾ ਸਾਹਿਬ ਦਾ ਫੋਨ ਲੱਗਣੋਂ ਵੀ ਹਟ ਜਾਂਦਾ, ਕਿਉਂਕਿ ਇਹ ਖਬਰ ਉਹਨਾਂ ਤੱਕ ਪਹੁੰਚ ਗਈ ਵੀ ਸਾਡੇ ਹੀ ਮੰਤਰੀ ਨੇ, ਸਿਹਤ ਮੰਤਰੀ ਨੇ, ਉਹ ਦਲਿਤਾਂ ਦੀ ਸਿਹਤ ਵਿਗਾੜੀ ਆ। ਇਸ ਕਰਕੇ ਉਹ ਵੀ ਫੋਨ ਤੇ ਗੱਲ ਕਰਨ ਤੋਂ ਜਿਹੜਾ ਟਾਲਾ ਵੱਟਦੇ ਨੇ। ਔਰ ਜੇ ਇਹਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਲਈ ਪਟਿਆਲਾ 'ਚ ਪ੍ਰਦਰਸ਼ਨ ਹੁੰਦਾ ਤਾਂ ਡੰਡੇ ਦੇ ਜ਼ੋਰ ਨਾਲ ਹੁਣ ਫੇਰ ਜਿਹੜੇ ਬਾਕੀ ਵੱਜਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ, ਬਜਾਏ ਇਸ ਦੇ ਵੀ ਕਾਨੂੰਨ ਮੁਤਾਬਕ DDPO DC ਦੇ ਉੱਤੇ ਕਾਰਵਾਈ ਹੁੰਦੀ। ਇਹ ਪਹਿਲਾਂ ਵੀ ਇਹਨਾਂ ਨੇ ਦੁੱਲੜ ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਝੂਠਾ ਮੁਕੱਦਮਾ ਜਿਹੜਾ ਇਸੇ DC ਦੇ ਹੁਕਮਾਂ ਨਾਲ ਹੋਇਆ, ਤੇ ਇਹਨਾਂ ਨੂੰ ਮੂੰਹ ਪੈ ਗਿਆ ਵੀ ਦਲਿਤਾਂ ਨੂੰ ਜਿਵੇਂ ਮਰਜ਼ੀ ਕੁੱਟੋ, ਮਾਰੋ, ਦੱਬੋ, ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਤੁਸੀਂ ਡਾਕਟਰ ਬਲਬੀਰ ਸਿੰਘ ਦਾ ਨਾਮ ਲੈ ਰਹੇ ਹੋ, ਉਹ ਸਿਹਤ ਮੰਤਰੀ ਨੇ, ਉਹਨਾਂ ਦਾ ਇਸ ਮਾਮਲੇ ਨਾਲ ਕੀ ਲੈਣਾ ਦੇਣਾ ਹੈ? ਦੇਖੋ, ਸਿਹਤ ਮੰਤਰੀ ਨੇ ਭਾਵੇਂ, ਪਰ ਪਿੰਡਾਂ ਦੇ ਵਿੱਚ ਆਉਣ ਵਾਲੀ ਸਰਪੰਚੀ ਦੀ ਇਲੈਕਸ਼ਨ ਵਾਸਤੇ ਉਹੀ ਜਿਹੜੇ ਪਹਿਲਾਂ ਚੌਧਰੀ ਕੋਈ ਅਕਾਲੀਆਂ 'ਚ ਕੋਈ ਕਾਂਗਰਸ 'ਚ ਸੀ, ਉਹਨਾਂ ਨੂੰ ਆਪਦੇ ਨੇੜੇ ਲਾਉਣ ਵਾਸਤੇ ਇਹ ਸਾਰਾ षड्यंत्र ਰਚਿਆ ਜਾ ਰਿਹਾ। ਇਸ ਬੋਲੀ ਤੋਂ ਪਹਿਲਾਂ ਸਿਹਤ ਮੰਤਰੀ ਪਿੰਡ ਦੇ ਵਿੱਚ ਮੀਟਿੰਗ ਕਰਨ ਜਾਂਦੇ ਨੇ, ਉੱਥੇ ਇਕੱਠ ਕਰਕੇ ਉਹ ਕਹਿੰਦੇ ਨੇ ਵੀ ਬੋਲੀ ਐਸੀ ਧਰਮਸ਼ਾਲਾ 'ਚ ਕਰਾਓ ਭਾਵੇਂ, ਪਰ ਕਰਾਓ ਆਪਣੀ ਮਰਜ਼ੀ ਨਾਲ, ਜਿੰਨੀ ਮਰਜ਼ੀ ਧੱਕੇ ਨਾਲ। ਉਦੋਂ ਵੀ ਪੁਲਿਸ ਲਾ ਕੇ ਦਲਿਤਾਂ ਦੀ ਕੁੱਟਮਾਰ ਹੁੰਦੀ ਆ, ਤੇ ਇਹ ਬੋਲੀ ਦੀ ਅਨਾਉਂਸਮੈਂਟ ਡਾਕਟਰ ਬਲਬੀਰ ਵੱਲੋਂ ਅਨਾਉਂਸ ਹੁੰਦੀ ਆ। ਸਿਹਤ ਮੰਤਰੀ ਨੇ ਉਹ ਹਸਪਤਾਲਾਂ ਦਾ, ਲੋਕ ਬਿਮਾਰੀਆਂ ਨਾਲ ਮਰ ਰਹੇ ਨੇ, ਉਹਦਾ ਧਿਆਨ ਰੱਖਣ, ਪਰ ਉਹ ਪੰਚਾਇਤੀ ਬੋਲੀ ਦੀ ਅਨਾਉਂਸਮੈਂਟ ਕਰ ਰਹੇ ਨੇ। ਇਹ ਤੋਂ ਸਪਸ਼ਟ ਹੁੰਦਾ ਵੀ ਉਹਨਾਂ ਦਾ ਪਿੰਡ ਦੇ ਵਿੱਚ ਇੰਟਰਸਟ ਸੀ। ਔਰ ਉਹ ਤੋਂ ਬਾਅਦ ਜਦੋਂ ਇੱਕ JDC ਕੋਲੇ ਇਹਦੀ ਇਨਕੁਆਇਰੀ ਚੱਲ ਰਹੀ ਆ, ਤਾਂ ਇੱਕ DDPO ਕੋਲੇ, DC ਕੋਲੇ ਇਹ ਰਾਈਟ ਕਿੱਥੋਂ ਆ ਗਿਆ ਵੀ ਇੰਨੀ ਪੁਲਿਸ ਦੀ ਨਫਰੀ ਲੈ ਕੇ ਉਹ ਦਲਿਤਾਂ ਦੇ ਉੱਤੇ ਇਸ ਤਰ੍ਹਾਂ ਅਟੈਕ ਕਰਨ? ਔਰ ਕੱਲਾ ਉਹਨਾਂ ਨੂੰ ਜ਼ਮੀਨ ਦੇ ਵਿੱਚੋਂ ਖਦੇੜਿਆ ਹੀ ਨਹੀਂ, ਉਹਨਾਂ ਦੇ ਵਹੀਕਲਾਂ ਦੀ ਭੰਨ ਤੋੜ ਕੀਤੀ, ਔਰਤਾਂ ਨੂੰ ਜਿਹੜਾ ਉਹ ਗੰਦੀਆਂ ਗਾਲਾਂ ਕੱਢ ਕੇ ਜਲੀਲ ਕੀਤਾ, ਬੁਰੀ ਤਰ੍ਹਾਂ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਜਿਵੇਂ ਇੱਕ ਦੰਗਿਆਂ ਦਾ ਮਾਹੌਲ ਹੁੰਦਾ ਇਸ ਤਰ੍ਹਾਂ ਦਾ ਮਾਹੌਲ ਉਹਨਾਂ ਨੇ ਪਿੰਡ 'ਚ ਬਣਾਇਆ। ਔਰ ਸਾਹਿਲ ਜੀ, ਇਹ ਸਾਰਾ ਕੁਝ ਇਹ ਕਰ ਸਕਦੇ ਸੀ। ਉਸ ਸਾਰੇ ਜਿਹੜੀ ਇਨਕੁਆਇਰੀ ਆ ਉਹਦਾ ਫੈਸਲਾ ਵੀ ਇਹਨਾਂ ਦੇ ਹੱਥ 'ਚ ਆ, ਇਹ ਉਲਟ ਕਰਕੇ ਫੇਰ ਕਰ ਲੈਂਦੇ, ਪਰ ਇਹਨਾਂ ਨੇ ਆਪਦੇ ਤਾਕਤ ਦੇ, ਸੱਤਾ ਦੇ ਤਾਕਤ ਦੇ ਨਸ਼ੇ ਦੇ ਵਿੱਚ ਉਸ ਫੈਸਲੇ ਦੀ ਵੀ ਉਡੀਕ ਨਹੀਂ ਕੀਤੀ, ਆਪਦੇ ਹੀ ਕਾਨੂੰਨ ਦੀਆਂ ਆਪ ਧੱਜੀਆਂ ਅੜਾਈਆਂ ਨੇ। ਇਸ ਕਰਕੇ ਨਾ ਤਾਂ ਇਕੱਲੀ DDPO ਕੋਲ ਤਾਕਤ ਆ ਵੀ ਉਹ ਆਪਦੇ ਤੌਰ ਤੇ ਏਡਾ ਕਦਮ ਚੱਕ ਲਵੇ, ਨਾ DC ਦੀ ਇਹ ਹਿੰਮਤ ਆ। ਇਹ ਮੰਤਰੀ ਸਾਹਿਬ ਦੀ ਸ਼ਹਿ ਆ, ਇਸੇ ਕਰਕੇ ਇਹ ਸਾਰਾ ਕੰਮ ਹੋਇਆ। ਅੱਜ ਤੁਹਾਡੇ ਕੋਲ ਸਾਥੀ ਉਹ ਧਰਨਾ ਵੀ ਲਗਾ ਰਹੇ ਸੀ, ਡਾਕਟਰ ਬਲਬੀਰ ਸਿੰਘ ਦੀ ਕੋਠੀ ਵੱਲ ਜਾ ਰਹੇ ਸੀਗੇ, ਉੱਥੇ ਹੁਣ ਕੀ ਸਥਿਤੀ ਹੈ? ਉੱਥੋਂ ਉਹਨਾਂ ਨੂੰ ਡੰਡੇ ਦੇ ਜ਼ੋਰ ਨਾਲ ਉੱਥੋਂ ਵੀ ਗ੍ਰਿਫਤਾਰ ਕਰ ਲਿਆ। ਡਾਕਟਰ ਬਲਬੀਰ, ਜਿਨ੍ਹਾਂ ਨੇ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਵੀ ਇਹ ਬਿਲਕੁਲ ਕਾਨੂੰਨੀ ਤੌਰ ਤੇ ਜਾਇਜ਼ ਨੇ ਲੋਕਾਂ ਦੀਆਂ ਮੰਗਾਂ, ਉਹ ਮੰਨਣ ਦੀ ਬਜਾਏ, ਸੁਣਨ ਦੀ ਬਜਾਏ, ਉਹਨਾਂ ਨੂੰ ਵੀ ਜਿਹੜਾ ਪੁਲਿਸ ਦੇ ਜ਼ਬਰ ਨਾਲ ਚੱਕ ਕੇ ਜੇਲ੍ਹਾਂ 'ਚ ਸਿੱਟਣ ਦਾ ਜਿਹੜਾ ਫੈਸਲਾ ਕੀਤਾ। ਪਰ ਇਹ ਸਪਸ਼ਟ ਆ ਵੀ ਇਸ ਭੁਲੇਖੇ ਦੇ ਵਿੱਚ ਨਾ ਰਹਿਣ। ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਕੋਸ਼ਿਸ਼ ਕੀਤੀ ਸੀ, ਉਹਨਾਂ ਦਾ ਮੂੰਹ ਤੋੜਵਾਂ ਜਵਾਬ ਅਸੀਂ ਦਿੱਤਾ। ਤੇ ਇੱਥੇ ਜੇ ਇਹਨਾਂ ਨੂੰ ਲੱਗਦਾ ਹੋਊ ਵੀ ਐਸੀ ਭਾਈਚਾਰਾ ਚੁੱਪ ਕਰਕੇ ਬੈਠ ਜਾਊ, ਪੂਰੇ ਪੰਜਾਬ ਦੇ ਵਿੱਚੋਂ ਲੋਕ ਨੇ ਜਿਹੜੇ ਉਹ ਉਸ ਜ਼ਮੀਨ ਵੱਲ ਵੀ ਜਾਣਗੇ। ਔਰ ਅਸੀਂ ਇਹ ਇੱਥੋਂ ਤੁਹਾਡੇ ਮੀਡੀਆ ਰਾਹੀਂ ਵੀ ਇਹ ਸਪਸ਼ਟ ਕਰ ਦਈਏ ਵੀ ਇਸ ਭੁਲੇਖੇ ਦੇ ਵਿੱਚ ਨਾ ਰਹਿਣ ਵੀ ਉਸ ਜ਼ਮੀਨ 'ਚ ਫਸਲ ਲਗਾ ਕੇ ਉਹ ਉਹਨਾਂ ਚੌਧਰੀਆਂ ਦੀ ਕੋਠੀ ਭੇਜ ਦੇਣਗੇ। ਇਹ ਕਿਸੇ ਵੀ ਹਾਲ ਨਹੀਂ ਹੋਣ ਦੇਵਾਂਗੇ। ਇਹ ਭਾਵੇਂ ਸਾਡਾ ਪਿਛਲਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਤਿਹਾਸ ਚੈੱਕ ਕਰ ਲੈਣ, ਅਸੀਂ ਆਪਣੇ ਹਿੱਸੇ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹਦੇ ਲਈ ਪਹਿਲਾਂ ਵੀ ਲੜੇ ਆ, ਸਾਡੇ ਲੋਕਾਂ ਨੇ ਕੁਰਬਾਨੀ ਕੀਤੀ ਆ। ਮਾਤਾ ਗੁਰਦੇਵ ਕੌਰ ਇਸ ਗੱਲ ਦੀ ਗਵਾਹ ਵੀ 6 ਸਾਲਾਂ ਬਾਅਦ ਉਹਨਾਂ ਦੇ ਪਿੰਡ ਦੀ ਉਸੇ ਐਸੀ ਕੋਟੇ ਦੀ ਜ਼ਮੀਨ ਦੀ ਕਣਕ ਦੇ ਪੈਸੇ
ਉਹਨਾਂ ਦੀ ਧਰਮਸ਼ਾਲਾ ਵਿੱਚ ਉਹਨਾਂ ਚੌਧਰੀਆਂ ਨੂੰ ਵਾਪਸ ਮੋੜਨੇ ਪਏ ਸੀ ਜਿਹੜੇ ਕਹਿੰਦੇ ਸੀ ਸਾਡੀ ਹਵਾ ਵੱਲ ਨਹੀਂ ਕੋਈ ਝਾਕ ਸਕਦਾ, ਜਿਹਦੇ ਸਿਰ ਤੇ ਕਿਸੇ ਟਾਈਮ ਪਰਮਿੰਦਰ ਢੀਂਡਸੇ ਦਾ ਤੇ ਭੱਠਲ ਦਾ ਹੱਥ ਸੀ। ਅੱਜ ਜੇ ਸਿਹਤ ਮੰਤਰੀ ਦਾ ਇਹਨਾਂ ਦੇ ਸਿਰ ਤੇ ਹੱਥ ਆ ਤਾਂ ਇਹ ਭੁੱਲ ਜਾਣ ਲੋਕ ਫੈਸਲਾ ਕੁੰਨ ਹੁੰਦੇ ਨੇ, ਇਹ ਕੁਝ ਨਹੀਂ ਕਰ ਸਕਦੇ। ਤੁਸੀਂ ਕੁਝ ਮਹੀਨੇ ਪਹਿਲਾਂ ਵੀ ਆਪਾਂ ਮਿਲੇ ਸੀਗੇ ਇਸ ਤਰੀਕੇ ਨਾਲ ਕਿਸੇ ਪਿੰਡ ਦੇ ਵਿੱਚ, ਸ਼ਾਇਦ ਤੁਸੀਂ ਜ਼ਿਕਰ ਕੀਤਾ ਦੁੱਲੜ ਪਿੰਡ ਦੇ ਵਿੱਚ ਇਸ ਤਰੀਕੇ ਦਾ ਮਾਮਲਾ ਸੀਗਾ। ਫਿਰ ਵਾਰ-ਵਾਰ ਉਹੀ ਪ੍ਰਸ਼ਾਸਨ, ਉਹੀ ਮੰਤਰੀ, ਉਹੀ ਡੀਸੀ ਆ, ਉਹੀ ਮੰਤਰੀ ਆ, ਫਿਰ ਵਾਰ-ਵਾਰ ਦਲਿਤਾਂ ਨੂੰ ਕਿ ਉਹਨਾਂ ਦੇ ਛੋਟੇ ਹੁੰਦਾ ਅਹਿਸਾਸ ਕਰਵਾਇਆ ਜਾਂਦਾ। ਦੇਖੋ ਇਹਨਾਂ ਨੂੰ ਲੱਗਦਾ ਵੀ ਜੇ ਦਲਿਤਾਂ ਕੋਲੇ ਜ਼ਮੀਨ ਆਊ ਤਾਂ ਜਿਹੜੇ ਚੌਧਰੀ ਹੁਣ ਤੱਕ ਉਹਨਾਂ ਦੀਆਂ ਹੱਥ ਫੜ ਕੇ ਵੋਟਾਂ ਪਵਾਉਂਦੇ ਰਹੇ ਨੇ ਵੀ ਫਿਰ ਇਹ ਸੋਚਣ ਲੱਗਣਗੇ ਆਪਦੀ ਮਰਜ਼ੀ ਨਾਲ ਕਿਸੇ ਨੂੰ ਵੋਟ ਪਾਉਣਗੇ। ਇਹਨਾਂ ਨੂੰ ਇਹ ਸੋਝੀ ਨਾ ਆ ਜਾਵੇ ਤੇ ਇਹ ਆਰਥਿਕ ਤੌਰ ਤੇ ਕੁਝ ਠੀਕ ਨਾ ਹੋ ਜਾਣ, ਇਹ ਸਮਾਜਿਕ ਤੌਰ ਤੇ ਜਿੰਨੇ ਦੱਬੇ ਹੋਏ ਨੇ, ਇਹ ਜੇ ਜ਼ਮੀਨ ਆਉਂਦੀ ਆ ਤਾਂ ਇਹਨਾਂ ਦਾ ਮਾਨਸਿਕ ਪੱਧਰ ਉੱਚਾ ਹੁੰਦਾ, ਉਹ ਉੱਚਾ ਨਾ ਉੱਠ ਜੇ। ਇਸ ਕਰਕੇ ਉਹ ਪਿੰਡਾਂ ਦੇ ਚੌਧਰੀ ਨੇ ਜਿਹੜੇ ਉਹ ਇਹਨਾਂ ਨੂੰ ਦੱਬ ਕੇ ਰੱਖਣਾ ਚਾਹੁੰਦੇ ਨੇ ਔਰ ਮੰਤਰੀਆਂ ਨੂੰ ਉਹਨਾਂ ਵੋਟਾਂ ਤੱਕ ਮਤਲਬ ਆ ਜਿਹੜੀਆਂ ਉਹਨਾਂ ਚੌਧਰੀਆਂ ਰਾਹੀਂ ਇਹਨਾਂ ਨੇ ਪਵਾਉਣੀਆਂ ਨੇ। ਇਸੇ ਲਈ ਦੁੱਲੜ ਪਿੰਡ ਦੇ ਵਿੱਚ ਇੱਕ ਬੰਦੇ ਦਾ ਵੀਡੀਓ ਕਲਿੱਪ ਬਣਾ ਕੇ ਕਿ ਇਹ ਬੰਦਾ ਸਸਤੀ ਜ਼ਮੀਨ ਲੈ ਕੇ ਅੱਗੇ ਮਹਿੰਗੀ ਦਿੰਦਾ, ਇਸ ਗੱਲ ਨੂੰ ਪੁਆਇੰਟ ਬਣਾ ਕੇ 420 ਦਾ ਮੁਕੱਦਮਾ ਦਰਜ ਹੋ ਜਾਂਦਾ ਤੇ ਬਾਅਦ 'ਚ ਪਤਾ ਲੱਗਦਾ ਵੀ ਉਸ ਬੰਦੇ ਦੇ ਨਾਂ ਤੇ ਕੋਈ ਜ਼ਮੀਨ ਦੀ ਬੋਲੀ ਹੋਈ ਹੀ ਨਹੀਂ ਹੈ, ਜਿਹਦੀ ਇਨਕੁਆਇਰੀ 'ਚ ਇਹ ਸਪਸ਼ਟ ਹੁੰਦਾ ਵੀ ਸਰਪੰਚ ਨੇ, ਡੀਡੀਪੀਓ ਨੇ ਕੋਈ ਬੋਲੀ ਨਹੀਂ ਕੀਤੀ, ਆਪਦੇ ਚਹੇਤਿਆਂ ਦੇ ਨਾਂ ਤੇ ਘਰੇ ਬੈਠ ਕੇ ਪਟੇ ਕੱਟੇ ਨੇ। ਇਸ ਗੱਲ ਨੂੰ ਇਨਕੁਆਇਰੀ ਦੇ ਵਿੱਚ ਜੀਡੀਸੀ ਸਾਹਮਣੇ ਬਿਲਕੁਲ ਸਪਸ਼ਟ ਕਰ ਲਿਆ ਗਿਆ, ਪਰ ਫੈਸਲਾ ਇਸ ਕਰਕੇ ਦਲਿਤਾਂ ਦੇ ਪੱਖ 'ਚ ਨਹੀਂ ਆਉਂਦਾ ਵੀ ਕਿਤੇ ਉਹ ਪਿੰਡ ਦੇ ਜਿਹੜੇ ਧਨਾੜ ਚੌਧਰੀ ਨੇ ਉੱਚ ਜਾਤੀ ਦੇ ਉਹ ਨਾਰਾਜ਼ ਨਾ ਹੋ ਜਾਣ। ਇਸੇ ਕਰਕੇ ਜਿਹੜਾ ਦਲਿਤਾਂ ਦੇ ਉੱਤੇ ਜ਼ਬਰ ਦਾ ਰਾਹ ਜਿਹੜਾ ਇਹਨਾਂ ਨੇ ਅਖਤਿਆਰ ਕੀਤਾ। ਮੁਕੇਸ਼ ਜੀ, ਵੀਡੀਓਜ਼ ਇਹ ਵੀ ਸਾਹਮਣੇ ਆਈਆਂ ਨੇ ਕਿ ਦਲਿਤਾਂ ਵੱਲੋਂ ਵੀ ਪੁਲਿਸ ਤੇ ਪਥਰਾ ਕੀਤਾ ਗਿਆ, ਇੱਕ ਐਸਐਚਓ ਇਸੇ ਨਿੱਜੀ ਹਸਪਤਾਲ ਵਿੱਚ ਜ਼ਖਮੀ ਨੇ, ਇਹਦੇ ਬਾਰੇ ਫਿਰ ਕੀ ਕਹਿਣਾ ਚਾਹੋਗੇ? ਕੀ ਦਲਿਤ ਮਜ਼ਦੂਰਾਂ ਨੇ ਵੀ ਪੁਲਿਸ ਤੇ ਹਮਲਾ ਕੀਤਾ ਅੱਜ? ਦੇਖੋ ਇਹ ਵੀ ਹੋ ਸਕਦਾ ਵੀ ਵਿਰੋਧ ਹੋਇਆ ਜਦੋਂ ਕਿਸੇ ਦੀ ਧੀ ਨੂੰ, ਕਿਸੇ ਦੇ ਬੱਚੇ ਨੂੰ ਪੁਲਿਸ ਦੇ ਬੂਟਾਂ ਥੱਲੇ ਰੌਂਦਿਆ ਜਾ ਰਿਹਾ ਹੋਵੇ, ਤੇ ਜੇ ਉਹ ਵਿਰੋਧ ਵੀ ਨਾ ਕਰੇ ਤੇ ਇੱਕ ਪਾਸੇ ਜਿਨ੍ਹਾਂ ਦੀਆਂ ਬਾਹਾਂ ਟੁੱਟੀਆਂ ਨੇ, ਜਿਨ੍ਹਾਂ ਦੇ ਸਿਰ ਪਾੜੇ ਨੇ, ਉਹਨਾਂ ਔਰਤਾਂ ਦੀ ਵੀਡੀਓ ਕਿਸੇ ਚੈਨਲ ਨੇ ਨਹੀਂ ਦਿਖਾਈ, ਦੂਜੇ ਪਾਸੇ ਇਸ ਗੱਲ ਦਾ ਪੂਰਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਕਿ ਐਸਐਚਓ ਲਹੂ ਲਹਾਨ ਕਰਤਾ। ਇਹ ਤਾਂ ਸਪਸ਼ਟ ਹੋ ਗਿਆ, ਉਹਨਾਂ ਦੀ ਵੀਡੀਓ 'ਚੋਂ ਸਪਸ਼ਟ ਹੋ ਗਿਆ ਵੀ ਜਿਨ੍ਹਾਂ ਦੇ ਨਾਂ ਤੇ ਇਹਨਾਂ ਨੇ ਉਹ ਡੰਮੀ ਬੋਲੀ ਕਰਾਈ ਆ ਉਹ ਬੰਦਾ ਤਾਂ ਉੱਥੇ ਕਿਤੇ ਨਜ਼ਰ ਨਹੀਂ ਆ ਰਿਹਾ। ਜਿਨ੍ਹਾਂ ਧਨਾੜ ਚੌਧਰੀਆਂ ਨੇ ਉਹ ਜ਼ਮੀਨ ਲੈਣੀ ਸੀ, ਉਹ ਉਸ ਜ਼ਮੀਨ ਦੇ ਵਿੱਚ ਟਰੈਕਟਰ ਵਾਹ ਰਹੇ ਨੇ ਤੇ ਉਹਨਾਂ ਨੂੰ ਸਿਰਫ ਰੋਕਣ ਦੀ ਮੰਗ ਕਰ ਰਹੇ ਸੀ। ਇੰਨੀ ਗੱਲ ਪਿੱਛੇ ਜੇ ਕਿਸੇ ਦੀ ਔਰਤ ਨੂੰ, ਕਿਸੇ ਦੀ ਕੁੜੀ ਨੂੰ, ਕਿਸੇ ਦੇ ਬੱਚੇ ਨੂੰ ਪੁਲਿਸ ਦੇ ਬੂਟਾਂ ਥੱਲੇ ਰੌਂਦਿਆ ਜਾਊ ਤਾਂ ਉਹਨਾਂ ਕੋਲੇ ਵਿਰੋਧ ਤੋਂ ਬਿਨਾਂ ਹੋਰ ਕੋਈ ਦੂਜਾ ਰਾਹ ਨਹੀਂ। ਤੇ ਇਹ ਮਜਬੂਰ ਕਰ ਰਹੇ ਨੇ, ਜਿਵੇਂ ਪਹਿਲਾਂ ਕਿਸੇ ਸਮੇਂ ਲੋਕਾਂ ਦੀ ਆਵਾਜ਼ ਸੰਘੀ ਨੱਪ ਕੇ ਇਹਨਾਂ ਨੇ ਲੋਕਾਂ ਨੂੰ ਖਾੜਕੂਬਾਦ ਵਾਲੇ ਪਾਸੇ ਤੋਰਿਆ, ਤੇ ਜੇ ਸਰਕਾਰ ਇਸੇ ਰਾਹ ਪਾਉਣ ਦੇ ਰਾਹ ਦੇ ਉੱਤੇ ਆ ਤਾਂ ਇਹ ਸਪਸ਼ਟ ਆ ਫਿਰ ਲੋਕ ਉਹ ਰਾਹ ਵੀ ਅਖਤਿਆਰ ਕਰਨਗੇ ਤੇ ਇਹਨਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਤੁਹਾਡੇ ਕਿੰਨੇ ਕਾਰਕੁਨ ਹੁਣ ਤੱਕ ਜ਼ਖਮੀ ਹੋਏ ਨੇ, ਕਿੰਨੇ ਗ੍ਰਿਫਤਾਰ ਨੇ, ਉਹ ਵੀ ਜ਼ਰੂਰ ਦੱਸ ਦਿਓ। ਲਗਭਗ 30 ਦੇ ਕਰੀਬ ਜਿਹੜੀਆਂ, ਜਿਹਦੇ ਚੋਂ 22 ਔਰਤਾਂ ਨੇ ਤੇ 8 ਬੰਦੇ ਨੇ ਜਿਹੜੇ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ। ਇਹ ਵੀ ਸੁਣਨ 'ਚ ਆ ਰਿਹਾ ਵੀ ਜਿਹੜੇ ਲੋਕ ਉੱਥੇ ਜਿਹੜੇ ਜ਼ਿਆਦਾ ਜ਼ਖਮੀ ਸੀ, ਜਿਹੜੇ ਮਤਲਬ ਬੇਹੋਸ਼ ਹੋ ਗਏ ਸੀ, ਇਹ ਵੀ ਨਹੀਂ ਪਤਾ ਵੀ ਉਹ ਜਿਉਂਦੇ ਨੇ ਜਾਂ ਮਰ ਗਏ। ਪੁਲਿਸ ਉਹਨਾਂ ਦੀ ਗ੍ਰਿਫਤਾਰੀ ਤੋਂ ਕੋਰੀ ਨਾ ਕਰ ਰਹੀ ਆ ਤੇ ਸ਼ਰੇਆਮ ਉਹਨਾਂ ਨੂੰ, ਲੋਕਾਂ ਨੂੰ ਚੱਕ ਕੇ ਲੈ ਕੇ ਗਏ ਨੇ ਵੀ ਕਿਤੇ ਇਹ ਹਸਪਤਾਲ ਦੇ ਵਿੱਚ ਭਰਤੀ ਨਾ ਹੋਣ। ਉਹਨਾਂ ਨੂੰ ਕਿਸੇ ਗੁਪਤ ਥਾਂ ਦੇ ਉੱਤੇ ਪੁਲਿਸ ਵੱਲੋਂ ਰੱਖਿਆ ਗਿਆ ਔਰ ਇਹ ਵੀ ਸੁਣਨ 'ਚ ਆ ਰਿਹਾ ਵੀ ਉਹ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਉਹਨਾਂ ਨੂੰ ਟਾਰਚਰ ਕਰਕੇ ਉਹਨਾਂ ਨੂੰ ਇਸ ਜ਼ਮੀਨ ਤੋਂ ਵਾਂਝੇ ਕਰਨ ਵਾਸਤੇ ਉਹ ਤਿਆਰ ਕਰ ਰਹੇ ਨੇ। ਇਹ ਜ਼ਬਰ ਦੇ ਰਾਹੀਂ ਉਹ ਸਾਰਾ ਕੁਝ ਜਿਹੜਾ ਉਹ ਪਲਟਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਹੋਣਾ ਨਹੀਂ ਜੀ। ਮੇਰਾ ਨਾਮ ਪਰਮਜੀਤ ਕੌਰ ਆ ਜੀ। ਅਸੀਂ ਪਿੰਡ ਮਡੌੜ ਦੇ ਰਹਿਣ ਵਾਲੇ ਹਾਂ ਜੀ। ਅਸੀਂ ਆਪਣੇ ਤੀਜੇ ਹਿੱਸੇ ਦੀ ਜ਼ਮੀਨ ਆ ਜੀ ਜਿਹੜੀ ਉਹ ਡੰਗਰਾਂ ਵਾਸਤੇ ਨੀਰੇ ਚਾਰੇ ਲਈ ਕਹਿ ਰਹੇ ਹਾਂ ਵੀ ਸਾਨੂੰ ਦਿੱਤੀ ਜਾਵੇ ਜੀ। ਤੇ ਸਾਡਾ 3 ਮਹੀਨੇ ਤੋਂ ਸੰਘਰਸ਼ ਚੱਲਦਾ ਆ ਰਿਹਾ ਜੀ। ਸਾਨੂੰ ਡਾਕਟਰ ਬਲਬੀਰ ਯਾਰਾ ਜਿਹੜਾ ਉਹ ਭਰੋਸਾ ਦਿਵਾ ਕੇ ਗਿਆ ਸੀ ਵੀ ਮੈਂ ਤੁਹਾਡੇ ਹੱਕ ਦੇ ਜਿਹੜੀ ਜ਼ਮੀਨ ਆ ਤੁਹਾਨੂੰ ਦਿਵਾਊਂਗਾ। ਉਹਨਾਂ ਨੇ 2 ਦਿਨ ਪਹਿਲਾਂ ਸਾਨੂੰ ਆ ਕੇ ਭਰੋਸਾ ਦਿਵਾ ਕੇ ਗਏ ਜੀ। ਤੀਜੇ ਦਿਨ ਅਸੀਂ ਕਿਹਾ ਵੀ ਸਾਡੀ ਜਿਹੜੀ ਬੋਲੀ ਆ ਐਸੀ ਧਰਮਸ਼ਾਲਾ ਦੇ ਵਿੱਚ ਕੀਤੀ ਜਾਵੇ। ਉਹਨਾਂ ਨੇ ਸਾਡੀ ਬੋਲੀ ਵੀ ਐਸੀ ਧਰਮਸ਼ਾਲਾ ਦੇ ਵਿੱਚ ਰੱਖ ਦਿੱਤੀ ਜੀ। ਅਸੀਂ ਕਿਹਾ ਵੀ ਜਿਹੜੇ ਜਰਨਲ ਲੋਕ ਨੇ ਉਹ ਸਾਡੀ ਬੋਲੀ, ਅਸੀਂ ਉਹਨਾਂ ਦੀ ਜ਼ਮੀਨ ਦੇ ਵਿੱਚ ਬੋਲੀ 'ਚ ਨਹੀਂ ਜਾਵਾਂਗੇ, ਵੀ ਅਸੀਂ ਆਪ ਸਾਡੀ ਬੋਲੀ 'ਚ ਉਹ ਨਾ ਆਉਣ, ਵੀ ਜਿਹੜੀ ਸਾਡੀ ਜ਼ਮੀਨ ਦੀ ਬੋਲੀ ਆ ਉਹ ਅਸੀਂ ਆਪਦੀ ਉਹ ਕਰਾਂਗੇ ਜੀ, ਲਵਾਂਗੇ ਜ਼ਮੀਨ ਦੇ ਵਿੱਚ। ਜਿਹੜੀ ਸਾਡੀ ਜ਼ਮੀਨ ਲੈਣੀ ਆ ਜੀ ਡੰਗਰਾਂ ਦੇ ਨੀਰੇ ਚਾਰੇ ਵਾਸਤੇ ਲੈਣੀ ਆ ਜੀ। ਜਿਹੜੇ ਜਰਨਲ ਲੋਕ ਨੇ ਜੀ ਸਾਨੂੰ, ਸਾਡੀਆਂ ਧੀਆਂ ਭੈਣਾਂ ਜਾਂਦੀਆਂ ਨੇ ਜੀ, ਮਾਵਾਂ ਜਾਂਦੀਆਂ ਨੇ ਜੀ ਕੱਖ ਕੰਡੇ ਨੂੰ, ਉਹ ਸਾਨੂੰ ਇੰਨੇ ਗਾਲੀ ਗਲੋਚ ਕਰਦੇ ਨੇ ਜੀ, ਗਲਤ ਬੋਲਦੇ ਨੇ।
ਤੇ ਵੱਟਾਂ ਤੇ ਸਪਰੇਆਂ ਕਰ ਦਿੰਦੇ ਨੇ। ਇਹ ਜਿਹੜੀਆਂ ਉਹਨੇ ਪਈਆਂ ਉਹਨਾਂ 'ਚ ਸਪਰੇਆਂ ਕਰਦੇ ਨੇ, ਕੱਖ ਨਹੀਂ ਵੱਢਣ ਦਿੰਦੇ ਜੀ। ਇਸ ਕਰਕੇ ਅਸੀਂ ਕਹਿੰਦੇ ਵੀ ਸਾਡੇ ਜਿਹੜੀ ਜ਼ਮੀਨ ਆ ਸਾਡੇ ਹਿੱਸੇ ਦੀ ਸਾਨੂੰ ਦਿੱਤੀ ਜਾਵੇ, ਅਸੀਂ ਡੰਗਰਾਂ ਵਾਸਤੇ ਨੀਰਾ ਚਾਰਾ ਆਪਦਾ ਬੀਜ ਸਕੀਏ ਕਿ ਅਸੀਂ ਇਹਨਾਂ ਦੇ ਨਾ ਗਾਲੀ ਗਲੋਚ ਉਹ ਸੁਣੀਏ। ਸਾਡਾ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਜੀ, ਸਾਨੂੰ 3 ਮਹੀਨੇ ਸਾਨੂੰ ਤਕਰੀਬਨ 20 ਦਿਨ ਹੋ ਗਏ ਜੀ ਉੱਥੇ ਲਗਾਤਾਰ ਬੈਠੇ, ਦਿਨ ਰਾਤ ਅਸੀਂ ਬੈਠੇ ਹਾਂ ਜੀ ਉੱਥੇ। ਤੇ ਉਹਨਾਂ ਨੇ ਕੱਲ੍ਹ ਵੀ ਸਾਨੂੰ ਆਇਆ ਸੀ ਜੀ, ਪ੍ਰਸ਼ਾਸਨ ਸਾਨੂੰ ਭਰੋਸਾ ਦਿਵਾ ਕੇ ਗਿਆ ਵੀ ਤੁਹਾਨੂੰ ਜਿਹੜੀ 26 ਤਰੀਕ ਆ ਦਿੱਤੀ ਗਈ ਆ ਚੰਡੀਗੜ੍ਹ ਤੋਂ ਮੀਟਿੰਗ 'ਚ ਹੋਈ ਸੀ ਸਾਡੀ ਕੱਲ੍ਹ। ਜਿਹੜੇ ਸਾਡੇ ਜ਼ਮੀਨ ਸੰਘਰਸ਼ ਕਮੇਟੀ ਦੇ ਮੈਂਬਰ ਨੇਗੇ ਉਹਨਾਂ ਨੇ ਮੀਟਿੰਗ ਕੀਤੀ ਸੀ ਜੀ, ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਜੀ ਜਿਹੜੀ ਤੁਹਾਡੀ 26 ਤਰੀਕ ਆ ਉਹ ਦਿੱਤੀ ਗਈ ਆ ਤੁਹਾਨੂੰ, ਵੀ 26 ਤਰੀਕ ਨੂੰ ਤੁਹਾਡਾ ਫੈਸਲਾ ਹੋ ਜਾਊਗਾ। ਸਾਨੂੰ ਯਕੀਨ ਦਿਵਾ ਗਏ ਜੀ। ਸਾਡੇ ਹੁਣ ਜਿਹੜੀਆਂ ਬੀਬੀਆਂ ਤੇ 5-7 ਉੱਥੇ ਬੈਠੀਆਂ ਸੀਗੀਆਂ ਜੀ, ਬਾਕੀ ਅਸੀਂ ਘਰਾਂ ਨੂੰ ਆ ਜਾਣੇ ਜੀ, ਆਪਣੇ ਘਰ ਦੇ ਕੰਮਕਾਰ ਕਰਨੇ ਹੁੰਦੇ ਨੇ ਜੀ, ਉਹ ਅਸੀਂ ਡੰਗਰਾਂ ਦਾ ਨੀਰਾ ਚਾਰਾ ਵੀ ਕਰਨਾ ਹੁੰਦਾ ਜੀ। ਉੱਥੇ ਉਹਨਾਂ ਨੇ ਸਵੇਰੇ 7 ਵਜੇ ਜੀ ਸਾਡੇ ਜਿਹੜੀ ਬੀਬੀਆਂ ਨੇ ਸੁੱਤੇ ਪਏ ਤੇ ਹਮਲਾ ਕੀਤਾ ਜੀ ਪ੍ਰਸ਼ਾਸਨ ਨੇ ਜੀ। ਕਿੰਨੇ ਤੁਹਾਡੇ ਨਾਲ ਦੇ ਜ਼ਖਮੀ ਹੋਏ ਜੀ, ਕੀ ਹਾਲ? ਸਾਡੇ ਹੋਣਗੇ ਜੀ 20 ਬੰਦੇ ਹੋਣਗੇ ਜ਼ਖਮੀ ਵਿੱਚ ਤਾਂ ਜੀ, ਜਿਵੇਂ ਕੁੱਤੇ ਸਿੱਟੇ ਹੋਏ ਨੇ ਜੀ, ਉਹਨਾਂ ਨੂੰ ਕੁੰਡੇ ਲਾ ਰੱਖੇ ਨੇ ਉੱਥੇ, ਅੰਦਰ ਜਾ ਕੇ ਵੀ ਕੁੱਟੇ ਨੇ ਜੀ। ਉੱਥੇ ਜਿਹੜੇ ਘਰਾਂ ਦਾ ਨੁਕਸਾਨ ਕੀਤਾ ਜੀ ਪੁਲਿਸ ਨੇ, ਸੀਸੇ ਤੋੜਤੇ, ਉਹਨਾਂ ਦੇ ਲੱਤਾਂ ਤੇ ਡਾਂਗਾਂ ਮਾਰੀਆਂ ਨੇ, ਸਾਡੇ ਬਜ਼ੁਰਗਾਂ ਦੇ ਵੀ ਮਾਰੀਆਂ ਨੇ, ਭਾਈਆਂ ਦੇ ਵੀ ਮਾਰੀਆਂ ਨੇ ਗਈਆਂ ਜੀ, ਸਾਡੀਆਂ ਬੀਬੀਆਂ ਵੀ ਕੁੱਟੀਆਂ ਨੇ। ਇਹ ਜੀ ਅਸੀਂ ਘਰੋਂ ਆ ਕੇ ਸਾਨੂੰ ਕਹਿੰਦੇ ਵੀ ਜਦੋਂ ਪੁਲਿਸ ਆ ਗਈ ਬਹੁਤ, ਵੀ ਜਿੱਥੇ ਧਰਨਾ ਤੇ ਅਸੀਂ ਘਰ ਵਾਗੇ ਦੇਗੇ। ਅਸੀਂ ਘਰ ਗਏ ਜੀ 7 ਵਜੇ, 8 ਵਜੇ ਤਾਂ ਜੀ ਇਹ ਵਾਕਾ ਗਾ। ਅਸੀਂ ਘਰੋਂ ਆਉਂਦੇ ਤੇ ਜਦ ਸਾਡੇ ਘਰ ਦੇ ਅਸੀਂ ਵੀ ਅੰਦਰ ਬੜੀਏ, ਜ਼ਮੀਨ 'ਚ ਬੜੀਏ, ਅਸੀਂ ਤਾਂ ਜੀ ਉੱਥੇ ਵੜਨ ਦਿੱਤੇ ਹੀ ਨਹੀਂ ਹੈਗੇ। ਸਾਡਾ ਤਾਂ ਰਾਹ 'ਚ ਹਮਲਾ ਕਰ ਲਿਆ ਜੀ ਪੁਲਿਸ ਨੇ, ਇੱਟਾਂ ਡਾਂਗਾਂ ਜੀ ਅਸੀਂ ਤਾਂ ਰਾਹ 'ਚ ਸਿੱਟ ਲਈਆਂ, ਬੀਬੀਆਂ ਭੈਣਾਂ ਸਾਡੀਆਂ ਬਹੁਤ ਸਿੱਟ ਲਈਆਂ। ਸਾਨੂੰ ਆਪਣੇ ਆਪ ਦਾ ਜੀ ਪਤਾ ਨਹੀਂ ਲੱਗਿਆ। ਸਾਡੇ ਪਿੰਡ ਮੁਖੀਆਂ ਨੇ ਪੈਸਾ ਵੱਧ ਤੋਂ ਵੱਧ ਝੋਕਤਾ ਪੁਲਿਸ ਨੂੰ ਵੀ ਇਹਨਾਂ ਦਾ ਪੂਰਾ ਬੁਰਾ ਹਾਲ ਕਰੋ ਜੀ। ਅੱਛਾ ਕੱਲ੍ਹ ਜੀ ਸਾਨੂੰ ਪ੍ਰਸ਼ਾਸਨ ਪੂਰਾ ਹੱਕ ਦਵਾ ਗਈ ਵੀ ਤੁਹਾਡੇ ਹੱਕ 'ਚ ਜ਼ਮੀਨ ਆ ਗਈ, ਤੁਸੀਂ ਆਪਦਾ ਕੰਨ ਭਰ ਸੁੱਟੋ ਜੀ। ਸਾਨੂੰ ਤਾਂ ਪਤਾ ਨਹੀਂ ਵੀ ਚੱਲ ਕੇ ਸਾਡੇ ਨਾਲ ਭਾਂਬਰੀ ਬਚੂਗੀ ਜੀ। ਤੜਕੇ ਅਸੀਂ ਤਾਂ ਜੀ ਸੁੱਤੇ ਪਏ ਦੱਬ ਲਏ ਜੀ। ਉੱਥੇ ਸਾਡੇ ਨਾਲ ਬਹੁਤ ਬੁਰਾ ਹਾਲ ਹੋਇਆ, ਬੀਬੀਆਂ 'ਤੇ ਵੀ, ਭਾਈਆਂ 'ਤੇ ਵੀ, ਬੱਚਿਆਂ 'ਤੇ ਵੀ, ਮੁੰਡਿਆਂ 'ਤੇ ਵੀ, ਬਜ਼ੁਰਗਾਂ 'ਤੇ ਵੀ। ਸਾਡਾ ਕੋਈ ਹੱਲ ਨਹੀਂ ਜੀ ਹੈਗਾ ਉੱਥੇ, ਸਾਡਾ ਹੱਲ ਕਰੋ ਜੀ। ਦੇਖ ਅਸੀਂ ਆਪਦੇ ਪੱਠਿਆਂ ਵਾਸਤੇ ਕਹਿੰਦੇ ਵੀ ਸਾਡੇ ਬਿੱਗਾ ਸਾਨੂੰ ਸਾਰੇ ਭੈਣ ਭਾਈਆਂ ਨੂੰ ਮਿਲ ਜੇ, ਅਸੀਂ ਨਾ ਕਿਸੇ ਤੋਂ ਝਿੜਕਾਂ ਖਾਈਏ। ਸਾਨੂੰ ਚਮਾਰਾਂ ਤੋਂ ਗਿੱਟਲਾਂ ਤੋਂ ਬਗੈਰ ਜੀ ਬੋਲਦੇ ਨਹੀਂ ਹੈਗੇ। ਕੋਈ ਗਿੱਟਲ ਚਮਾਰ ਕਹਿੰਦਾ, ਕੋਈ ਕੁਛ ਕਹਿੰਦਾ, ਸਿੱਧੀਆਂ ਸਾਨੂੰ ਗਾਲਾਂ ਕੱਢਦੇ ਨੇ, ਸਪਰੇਹਾਂ ਕਰਦੇ ਨੇ ਪਈਆਂ 'ਚ। ਸਾਨੂੰ ਐਂ ਵੀ ਜੇ ਸਾਨੂੰ ਆਪਦਾ ਹੱਕ ਮਿਲ ਜੇ ਜੀ, ਤੀਜਾ ਹਿੱਸਾ ਮਿਲ ਜੇ, ਅਸੀਂ ਆਪਦੇ ਪੱਠੇ ਬੀਜੀਏ, ਅਸੀਂ ਆਪਦੇ ਜ਼ਮੀਨ 'ਚ ਹੱਕਦਾਰ ਹੋਈਏ। ਪਰ ਸਾਡਾ ਜੀ ਮੰਡੌਰ 'ਚ ਕੋਈ ਧਿਰਗ ਨਹੀਂ ਹੈਗਾ ਸਾਡਾ ਬੈਠਣ ਦਾ। ਸਾਡੇ 'ਤੇ ਜੀ ਆਹ ਚੌਥਾ ਹਮਲਾ ਹੋਇਆ। ਪਹਿਲਾਂ ਬਲਵੀਰ ਡਾਕਟਰ ਨੇ ਕਰਾਇਆ ਜੀ ਸਾਨੂੰ, ਉਹ ਸਾਨੂੰ ਪੂਰਾ ਭਰੋਸਾ ਦੇ ਗਿਆ, ਕਹਿੰਦਾ ਮੈਂ ਤੁਹਾਡੇ ਨਾਲ ਆ, ਵੀ ਤੁਹਾਨੂੰ ਕੁਛ ਨਹੀਂ ਕੋਈ ਕਹਿਣਾ। ਸਾਨੂੰ ਉਹਦਾ ਪੂਰਾ ਯਕੀਨ ਹੋ ਗਿਆ ਵੀ ਬਲਵੀਰ ਡਾਕਟਰ ਸਾਡੇ ਨਾਲ ਆ ਜੀ। ਦੂਜੇ ਦਿਨ ਜੀ ਸਾਡੀ ਧਰਮਸ਼ਾਲਾ 'ਚ ਕਹਿੰਦੇ ਵੀ ਅਸੀਂ ਕਹਿੰਦੇ ਵੀ ਬੋਲੀ ਕਰਾਉਣੀ ਹੈ ਸਾਡੀ, ਉਹ ਕਹਿੰਦੇ ਸਾਡੇ ਏਸੀ ਉਹ 'ਚ ਕਰਾਉਣੀ ਅਸੀਂ ਨੇ ਸਕੂਲ 'ਚ। ਅਸੀਂ ਕਹਿੰਦੇ ਵੀ ਸਾਡੀ ਧਰਮਸ਼ਾਲਾ 'ਚ ਚਾਹੀਦੀ ਆ, ਚੱਲ ਸਾਡੀ ਉਹ ਵੀ ਕਰਾ ਲਈ ਜੀ। ਉੱਥੇ ਜੀ ਅਸੀਂ ਬੀਬੀਆਂ ਬਾਹਰ ਦਬਲ ਤੇ ਸਾਰੀਆਂ, ਬੋਲੀ ਵੀ ਜੀ ਡੰਮੀ ਬੋਲੀ ਹੋਈ ਹੈਗੀ, ਬਾਹਰੋਂ ਬੰਦੇ ਬੁਲਾ ਕੇ ਬੋਲੀ ਕਰਾਈ ਹੈਗੀ। ਸਾਇੰਸੀ ਨੇ ਬੋਲੀ ਦਿੱਤੀ ਹੈ ਜੀ, ਚਿੱਟਾ ਵੇਚਦਾ, ਭੁੱਕੀ ਵੇਚਦਾ, ਥਾਣੇ 'ਚ ਹੋਤੀ ਉਹ ਜਿਹੜੇ ਨੇ ਬੋਲੀ ਦਿੱਤੀ ਹੈਗੀ, ਹੋਰ ਕਿਸੇ ਨੇ ਬੋਲੀ ਨਹੀਂ ਦਿੱਤੀ ਜੀ। ਉਹਦੇ ਵੀ ਸਾਡੇ 'ਤੇ ਜੀ ਪ੍ਰਸ਼ਾਸਨ ਨੇ ਬਹੁਤ ਹੱਥ ਚੱਕਿਆ ਗਾ। ਕਿਰਾਏ ਨੇ ਪਿੰਡ ਦੇ ਪੈਸਾ ਵੱਧ ਤੋਂ ਵੱਧ ਝੋਕ ਰਹੇ ਨੇ ਜੀ। ਗਰੀਬ ਕਨੀ ਕੋਈ ਨਹੀਂ ਝੋਕ ਰਿਹਾ, ਕੁਛ ਕਨੀ ਵੱਧ ਹੋ ਰਹੇ ਨੇ ਜੀ। ਨਾ ਜੀ ਪਿੱਛੇ ਨਹੀਂ ਹਟਦੇ, ਪਿੱਛੇ ਨਹੀਂ ਜੀ ਹੁਣ ਹਟਦੇ। ਹੁਣ ਜਿਹੜਾ ਕੁਛ ਸਾਡੇ ਨਾਲ ਤਾਂ ਚੌਥਾ ਹੇਲਾ ਹੋ ਗਿਆ, ਇੱਕ ਹੇਲਾ ਵੀ ਨਹੀਂ ਹੋਇਆ ਜੀ ਸਾਡੇ ਨਾਲ। ਪਹਿਲਾਂ ਵੀ ਸਾਡੇ ਨਾਲ ਮਾਰ ਕਟਾਈ, ਉਹ ਬੀਬੀਆਂ ਨੇ ਬਹੁਤ ਸੱਟਾਂ ਲੱਗੀਆਂ, ਪਤਾ ਪਟਿਆਲੇ ਦਾਖਲ ਰੱਖਿਆ ਜੀ। ਅੱਜ ਫੇਰ ਸਾਡੇ ਨਾਲ ਬਹੁਤ ਕੁਛ ਹੋ ਗਿਆ ਜੀ। ਹੁਣ ਅਸੀਂ ਪਿੱਛੇ ਨਹੀਂ ਹਟਦੇ ਹੈਗੇ, ਹੁਣ ਅਸੀਂ ਅੱਗੇ ਹੋਵਾਂਗੇ। ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਸਾਨੂੰ ਤਾਂ ਸਾਡਾ ਹੱਕ ਚਾਹੀਦਾ ਬਸ। ਜਾਂ ਸਾਡੇ ਨਾਲ ਇੰਨਾ ਕੁਛ ਹੋ ਕੇ ਅਸੀਂ ਪਿੱਛੇ ਹਟਾਂਗੇ ਜੀ, ਸਾਨੂੰ ਤਾਂ ਪਿੰਡ ਤੋਂ ਬਾਹਰ ਨਹੀਂ ਨਿਕਲਣੇ, ਸਾਨੂੰ ਤਾਂ ਮਸਕਰੀਆਂ ਕਰਨਗੇ, ਸਾਡਾ ਮਰ ਜਾਣ ਹੋ ਜੂ ਸਾਡਾ। ਹੁਣ ਤਾਂ ਸਾਡਾ ਉੱਥੇ ਕੋਈ ਹੱਲ ਨਹੀਂ ਫਿਰ ਹੈਗਾ, ਜੇ ਅਸੀਂ ਇੰਨਾ ਕੁਛ ਵੀ ਕਰਾ ਕੇ ਪਿੱਛੇ ਹਟ ਜਾਵਾਂਗੇ। ਬਸ ਸਾਡੀ ਇਹੀ ਮੰਗ ਹੈ ਜੀ, ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ। ਡਰ ਨਹੀਂ ਲੱਗਦਾ ਮਾਤਾ? ਨਾ ਜੀ ਹੁਣ ਨਹੀਂ ਸਾਨੂੰ ਡਰ ਲੱਗਦਾ। ਹੁਣ ਤੱਕ ਦਿਨ ਜੇ ਮਾਰਨ ਤੋਂ ਡਰਦੇ ਸੀ, ਆਹ ਕੁਛ ਨਾ ਕਰਦੇ ਸੀ। ਅੱਜ ਸਾਡਾ ਤਾਂ ਜੀ ਹੁਣ ਐ ਹੋਇਆ ਪਿਆ ਵੀ ਜਾਂ ਮਰ ਜਾਵਾਂਗੇ ਜਾਂ ਮਾਰ ਜਾਵਾਂਗੇ। ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ। ਸਾਡੇ ਬੱਚੇ ਤਾਂ ਮੌਜਾਂ ਕਰਨਗੇ, ਸਾਡੇ ਨਾਲ ਤਾਂ ਜਿਹੜਾ ਕੁਛ ਹੋਊ। ਸਾਡਾ ਹੱਲ ਨਹੀਂ ਜੀ ਹੁਣ ਬਾਹਰ ਨਿਕਲਣ ਦਾ, ਕੋਈ ਧਿਰਗ ਨਹੀਂ ਹੈਗਾ। ਸਾਨੂੰ ਮਸਕਰੀਆਂ ਕਰਦੇ ਨੇ, ਸਾਨੂੰ ਅੱਜ ਵੀ ਕਹਿੰਦੇ ਆਇਆ ਸਵਾਦ ਆ, ਗਿੱਟਲ ਚ ਮਾਰ ਆ ਗਏ, ਐ ਆ ਗਏ। ਸਾਨੂੰ ਅੱਜ ਵੀ ਸਾਡੇ ਜ਼ਿਮੀਂਦਾਰ ਬਹੁਤ ਬੋਲੇ ਨੇ ਜੀ। ਪੈਸੇ ਉਹਨਾਂ ਨੇ ਇੱਕ ਘਰ ਨੇ 8-8 ਹਜ਼ਾਰ ਘਟਾਇਆ ਜੀ, ਜਿਹੜੇ ਕੱਲ੍ਹ ਦੇ ਉਹ ਪੈਸੇ ਝੋਕ ਰਹੇ ਨੇ ਪੁਲਿਸ ਨੂੰ। ਸਾਡੀਆਂ ਧੀਆਂ ਭੈਣਾਂ ਨੂੰ ਕੋਈ 10 ਰੁਪਏ ਵੀ ਨਹੀਂ ਦਿੰਦਾ ਪਿਆ ਸਾਨੂੰ। ਉੱਥੇ ਜੀ ਥੱਬਿਆਂ ਦੇ ਥੱਬੇ ਲੋਟ ਦੇ ਰਹੇ ਨੇ ਸਾਨੂੰ ਕਟਾਉਣ ਵਾਸਤੇ। ਹਾਂ, ਜਿਹੜੀ ਅਸੀਂ ਆਪਣੀ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ, ਅਸੀਂ ਉਹਦੇ ਲਈ ਆਪਣਾ ਸੰਘਰਸ਼ ਲੜ ਰਹੇ ਹਾਂ ਵੀ ਜਿਹੜੀ ਸਾਡੀ ਤੀਜੇ ਹਿੱਸੇ ਦੀ ਜ਼ਮੀਨ ਆ ਸਾਨੂੰ ਐਸੀ ਭਾਈਚਾਰੇ ਨੂੰ ਦਿੱਤੀ ਜਾਵੇ। ਪਰ ਜਿਹੜੀ ਕੀ ਆ ਗਲਤ ਬੰਦਿਆਂ ਤੋਂ ਬੋਲੀ ਦਵਾ ਕੇ
ਸੈਂਸੀ ਬਸਤੀ ਦੇ 2 ਬੰਦਿਆਂ ਤੋਂ ਬੋਲੀ ਦਵਾ ਕੇ 33 ਏਕੜ ਜ਼ਮੀਨ ਜਿਹੜੀ ਕੀ ਆ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੀ ਗਈ, ਜਿਹੜੀ ਕਿ ਬੋਲੀ ਗਲਤ ਹੋਈ ਆ। ਅਸੀਂ ਇਸ ਦੇ ਖਿਲਾਫ ਆਵਾਜ਼ ਉਠਾਈ, ਅਸੀਂ ਮੋਰਚਾ ਵੀ ਰੱਖਿਆ ਆਪਣੀ ਜ਼ਮੀਨ 'ਚ ਵੀ ਇਹ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ ਸਾਨੂੰ ਐਸਸੀ ਭਾਈਚਾਰੇ ਨੂੰ ਦਿੱਤੀ ਜਾਵੇ। ਅਸੀਂ ਡੰਗਰਾਂ ਦੇ ਨੀਰੇ ਚਾਰੇ ਲਈ ਇਹ ਜ਼ਮੀਨ ਮੰਗ ਰਹੇ ਹਾਂ, ਜ਼ਮੀਨ ਦੀ ਮੰਗ ਕਰ ਰਹੇ ਹਾਂ, ਪਰ ਪ੍ਰਸ਼ਾਸਨ ਨੇ ਹਰੇਕ ਵਾਰ ਹੀ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ। ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ ਵੀ ਉਹ ਸਾਡੇ ਐਸਸੀ ਭਾਈਚਾਰੇ ਦੇ ਵਿੱਚ ਹੀ ਸਾਨੂੰ ਘੱਟ ਰੇਟਾਂ 'ਤੇ ਦਿੱਤੀ ਜਾਵੇ, ਪਰ ਪ੍ਰਸ਼ਾਸਨ ਵੀ ਪੱਬਾਂ ਭਾਰ ਹੋਇਆ ਪਿਆ ਵੀ ਇਹ ਜ਼ਮੀਨ ਐਸਸੀ ਭਾਈਚਾਰੇ ਨੂੰ ਨਹੀਂ ਦੇਣੀ। ਪ੍ਰਸ਼ਾਸਨ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਨੂੰ ਤੁਹਾਡੀ ਜ਼ਮੀਨ ਖੋਹ ਰਿਹਾ, ਤੁਹਾਡੀ ਜ਼ਮੀਨ ਦੇਣਾ ਨਹੀਂ? ਕਿਉਂਕਿ ਸਰ ਹਰ ਇੱਕ ਵਾਰੀ ਨਾ ਪ੍ਰਸ਼ਾਸਨ ਨੇ ਹੀ ਸਾਡੇ ਨਾਲ ਧੱਕਾ ਕੀਤਾ। ਜਿੰਨੀ ਵਾਰ ਵੀ ਹੋਇਆ ਪ੍ਰਸ਼ਾਸਨ ਨੇ ਇਹ ਲੋਕਾਂ ਦਾ ਸਾਥ ਦਿੱਤਾ ਜਿਹੜੇ ਕਿ ਇਹ ਜ਼ਮੀਨ ਐਸਸੀ ਭਾਈਚਾਰੇ ਦੇ ਜਰਨਲ ਵਰਗ ਦਾ ਲੈਂਦੇ ਨੇ, ਉਹਨਾਂ ਦਾ ਹੀ ਪ੍ਰਸ਼ਾਸਨ ਉਹਨਾਂ ਦਾ ਹੀ ਸਾਥ ਦੇ ਰਿਹਾ। ਸਾਡੇ ਗਰੀਬ ਲੋਕਾਂ ਕੋਲ ਸਰ ਪੈਸਾ ਨਹੀਂ ਹੈਗਾ, ਠੀਕ ਹੈ, ਸਾਡੇ ਕੋਲ ਸਿਰਫ ਸਾਡੀ ਲੋਕ ਏਕਤਾ, ਤੇ ਉਹ ਅਸੀਂ ਲੋਕ ਏਕਤਾ ਦੇ ਬਲ ਤੇ ਹੀ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਲੈ ਕੇ ਰਹਾਂਗੇ।